बिस्मिल्लाहिर्रहमानिर्रहीम। आपका मेज़बान असद सैयद। आप देख रहे हैं असद सैयद लाइव यूट्यूब और फेसबुक चैनल। आज एक बार फिर हम प्रोग्राम करने जा रहे हैं फार्मर प्रोटेस्ट के हवाले से। आपने पहले भी देखा कि मैंने इसके ऊपर एक इंटरव्यू किया अपने एक सरदार भाई का, और इसके अलावा वीलाग भी आप मेरे देख चुके हैं जो फार्मर के साथ मसला दरपेश है। और इस वक्त दिल्ली पूरा बंद हुआ पड़ा है, यूके में, यूएसए में, ऑस्ट्रेलिया में, और इसके अलावा कनाडा में। पूरी दुनिया में जो हमारे सिख भाई हैं वो एहतजाज करने पे मजबूर हैं और एहतजाज कर रहे हैं। और जो सबसे बड़ा मोर्चा लगा हुआ है और धरना हो रहा है वो हो रहा है सिंगू बॉर्डर पे। और सिंगू बॉर्डर पे मुस्तकिल तौर पे मौजूद रहने वाले हमारे भाई परमपाल सिंह साहब हमारे साथ मौजूद हैं। उनके अलावा हमारे साथ मौजूद हैं आज जोगा सिंह जी, और बहुत ज्यादा आवाज बुलंद कर रहे हैं, सोशल एक्टिविस्ट हैं और सिख भाइयों के रहनुमा हैं। आज हम इनको लाइव लेके इनसे हकीकत जानने की कोशिश करेंगे, क्योंकि ये जो मसला दरपेश है वो हमारे तमाम फार्मर के साथ भी है, और जो सबसे ज्यादा इसका नुकसान पहुंचने जा रहा था वो हमारे सिख भाइयों को था। इसीलिए पूरी दुनिया में जो हमारे सिख भाई हैं वो बेदार हो चुके हैं। उन्होंने अपना राइट लेने के लिए, हक लेने के लिए ये सदाए एहतजाज बुलंद की हुई है। सबसे पहले मैं अपने पैनल का तारफ करवा दूं। जोगा सिंह हमारे साथ मौजूद हैं। बहुत शुक्रिया जोगा सिंह जी। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਤੇ ਅਤੇ ਆਪ ਜੀ ਦੇ ਚੈਨਲ ਤੇ ਸਰੋਤਿਆਂ बहुत मेहरबानी। दूसरे मेहमान साडे नाल ने जी परमपाल सिंह जी, दिल्ली तो साडे नाल मौजूद ने, मुसलसल धरने के अंदर मौजूद ने, और धरने की तमाम तफसीलात तो भी सानू अपडेट करनगे और साडे नाजरीन नू भी दसणगे। परमपाल सिंह जी बहुत शुक्रिया और वेलकम द शो। जी परमपाल सिंह जी, तुहानू मेरी आवाज आ रही? परमपाल सिंह जी तुहानू खुश बहुत आमदीद। बहुत धन्यवाद जी। एक्चुअली हाँ जी हाँ जी हाँ जी, बहुत बहुत धन्यवाद जी भाईजान। एक्चुअली मैं ना हेलो। जी जी तुहाडी आवाज आ रही है जी, तुसी गल जारी रखो। सो मेरी आवाज़ जे थोड़ी इंटरप्ट होवे तो आई एम सो सॉरी। सारी जिन्ने भी तुहाडे नाजरीन देख रहे ने उन्हां सारिਆਂ ਤੋਂ मैं मुआफ़ी मंगदा। ਤੇ ਬਾਕੀ ਜਿਹੜੀ ਗੱਲ ਤੁਸੀਂ ਕਹੀ ਕਿ ਇਹ ਬੇਸਿਕ ਮਸਲਾ ਕੀ ਹੈ, ਮੈਂ ਉਹਦੀ ਥੋੜੀ ਡਿਟੇਲ ਦੇ ਵਿੱਚ ਤੁਹਾਨੂੰ ਦੱਸ ਦੇਣਾ ਕਿ ਮੋਦੀ ਗਵਰਨਮੈਂਟ ਨੇ, ਜਦੋਂ ਦੀ ਮੋਦੀ ਗਵਰਨਮੈਂਟ ਆਈ ਹੈ ਇਸ ਵਾਰੀ, ਇਹਨਾਂ ਨੇ ਆ ਕੇ ਬਹੁਤ ਸਾਰੇ ਵੱਖਰੇ ਤਰ੍ਹਾਂ ਦਾ, ਕਿਉਂਕਿ ਉਹਨਾਂ ਦਾ ਜਿਹੜਾ ਏਜੰਡਾ ਹਿੰਦੂ ਰਾਸ਼ਟਰ ਦਾ, ਉਹਨੂੰ ਮਤਲਬ ਸਿੱਧ ਕਰਨ ਦੇ ਲਈ ਉਹਨਾਂ ਨੇ ਪਹਿਲਾਂ ਕਸ਼ਮੀਰ ਦੇ ਵਿੱਚ ਜਿਹੜੇ ਸਾਡੇ ਕਸ਼ਮੀਰ ਭਾਈ ਨੇ ਉਹਨਾਂ ਨੇ ਇੱਕ ਜੇਲ੍ਹ ਬਣਾ ਕੇ ਪੂਰੀ ਸਟੇਟ ਨੂੰ ਧਾਰਾ 370 ਖਤਮ ਕੀਤੀ। ਫਿਰ ਇਸਲਾਮਿਕ ਲਾਅ ਜਿਹੜੇ ਆ ਉਹਦੇ ਵਿੱਚ ਬਦਲਾਵ ਕੀਤਾ 3 ਤਲਾਕ ਦੇ ਵਿੱਚ। ਫਿਰ ਉਹਨਾਂ ਨੇ NRC ਇੱਕ ਕਾਨੂੰਨ ਲੈ ਕੇ ਆਂਦਾ ਭਾਈਚਾਰੇ ਲਈ, ਗਿਣਤੀਆਂ ਲਈ ਬਹੁਤ ਮਾੜਾ ਸੀਗਾ। ਇੱਦਾਂ ਕਰਕੇ ਉਹ ਹੌਲੀ 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 ਜਿਹੜਾ ਘੱਟ ਗਿਣਤੀਆਂ ਪ੍ਰਤੀ ਉਹਨਾਂ ਦਾ ਏਜੰਡਾ ਸੀ ਉਹਨੂੰ ਉਹ ਆਪਣਾ ਲਾਗੂ ਕਰਦੇ ਪਏ ਸੀਗੇ। ਤੇ ਫਿਰ ਕੀ ਹੋਇਆ ਕਿ ਦੇਸ਼ ਦੀ ਜਿਹੜੀ GDP ਹੈ ਉਹ ਬਹੁਤ ਨੀਚੇ ਜਾ ਚੁੱਕੀ ਸੀਗੀ, ਔਰ ਬਹੁਤ ਇੰਡੀਆ ਦਾ ਜਿਹੜਾ ਆਰਥਿਕ ਜਿਹੜੇ ਮਾਮਲਾਤ ਨੇ ਉਹ ਸਾਰੇ ਦੇ ਸਾਰੇ ਬਹੁਤ ਬੁਰੇ ਹਾਲਾਤ ਵਿੱਚ ਸੀਗੇ। ਤੇ ਇਹਨਾਂ ਨੇ ਕੀ ਕੀਤਾ ਹੈ ਕਿ ਜਿਹੜੀ ਕਿਸਾਨੀ ਹੈ, ਬੇਸਿਕਲੀ ਜਿਹੜਾ ਫਾਰਮਰ ਹੈ, ਉਹ ਪਹਿਲਾਂ ਤੋਂ ਆਪਣਾ ਜਿਹੜਾ ਹੈ ਉਹ ਬਹੁਤ ਵਧੀਆ ਜੋ ਵੀ ਸੀਗਾ, ਜਿੱਦਾਂ ਵੀ ਜੂਝ ਰਿਹਾ ਸੀਗਾ, ਉਹ ਪਹਿਲਾਂ ਹੀ ਖੁਦਕੁਸ਼ੀਆਂ ਦੇ ਬਹੁਤ ਸਾਰੇ ਕਈ ਸਾਲਾਂ ਤੋਂ ਜਿਹੜੇ ਆ ਪੱਤਰਕਾਰ ਰਿਪੋਰਟਿੰਗ ਕਰ ਰਹੇ ਨੇ ਕਿ ਲੱਖਾਂ ਦੀ ਤਾਦਾਦ ਵਿੱਚ ਭਾਰਤ ਦਾ ਜਿਹੜਾ ਕਿਸਾਨ ਹੈ ਉਹ ਖੁਦਕੁਸ਼ੀਆਂ ਦੇ ਜਿਹੜੇ ਰਾਹ ਤੁਰ ਕੇ ਜਿਹੜਾ ਉਹ ਮਤਲਬ ਆਪਣੀ ਜ਼ਿੰਦਗੀ ਤੋਂ ਹੱਥ ਧੋ ਬੈਠਾ, ਕਿਉਂਕਿ ਕਿਸਾਨੀ ਦੇ ਬੜੇ ਮੰਦੇ ਹਾਲਾਤ ਸੀਗੇ। ਇਨ ਬਿਟਵੀਨ ਦੇਸ਼ ਦੇ ਆਰਥਿਕ ਹਾਲਾਤ ਮਾੜੇ ਹੋਣ ਕਰਕੇ ਜਿਹੜੇ ਮੇਰੇ ਕੋਲ ਮੋਦੀ ਸਰਕਾਰ, ਕਿਉਂਕਿ ਜਿਹੜੀ ਵਰਲਡ ਵਾਈਡ ਇਹਨਾਂ ਦੀ ਜਿਹੜਾ ਇਕਨੋਮਿਕ ਸਿਸਟਮ ਹੈ ਉਹਦੇ ਪ੍ਰੈਸ਼ਰ ਹੇਠ ਜਿਸ ਤਰ੍ਹਾਂ ਕਾਰਪੋਰੇਟ ਸੈਕਟਰ ਜਾਂ ਜਿਊ ਏਜੰਡਾ ਜਿਹੜਾ ਬੇਸਿਕਲੀ ਪੂਰੀ ਦੁਨੀਆ ਦੇ ਉੱਤੇ ਯਹੂਦੀਆਂ ਦਾ ਜਿਹੜਾ ਏਜੰਡਾ ਹੈ, ਬਿਜ਼ਨਸ ਦਾ ਮਾਡਲ ਹੈ, ਉਹਨੂੰ ਲਾਗੂ ਕਰਨ ਦੀਆਂ ਜਿਹੜੀਆਂ ਗੱਲਾਂ ਕੀਤੀਆਂ ਜਾ ਰਹੀਆਂ ਸੀ, ਉਹਦੇ ਤਹਿਤ ਇਹਨਾਂ ਨੇ ਕੀ ਕੀਤਾ ਕਿ ਖੇਤੀ ਨੂੰ ਵੀ ਕਾਰਪੋਰੇਟ ਸੈਕਟਰ ਨਾਲ ਜੋੜਨ ਲਈ। ਠੀਕ ਹੈ, ਹੈਲੋ ਜੀ ਜੀ ਤੁਹਾਡੀ ਆਵਾਜ਼ ਆ ਰਹੀ ਜੀ ਭਾਈਜਾਨ, ਆਵਾਜ਼ ਆ ਰਹੀ? ਅੱਛਾ ਪਰਮਪਾਲ ਸਿੰਘ ਜੀ, ਮੈਨੂੰ ਇਹ ਵੀ ਦੱਸੋ ਕਿ ਇਹ ਜਿਹੜੇ ਬਿੱਲ ਪਾਸ ਕੀਤੇ ਗਏ ਨੇ ਖੇਤੀ ਨੂੰ ਵੀ ਉਹਦੇ ਨਾਲ ਜੋੜਨ ਲਈ ਇਹਨਾਂ ਕਾਰਪੋਰੇਟ ਸੈਕਟਰ ਨੂੰ ਇੰਟਰੋਡਿਊਸ ਕਰਵਾਇਆ। ਔਰ ਇਹ ਜਿਹੜੇ 3 ਆਰਡੀਨੈਂਸ ਬਹੁਤ ਗਲਤ ਟਾਈਮ ਦੇ ਉੱਪਰ, ਤੁਸੀਂ ਦੇਖੋ ਇੱਕ ਪਾਸੇ ਪੂਰੀ ਦੁਨੀਆ ਕਰੋਨਾ ਦੀ ਮਹਾਮਾਰੀ ਨਾਲ ਜੂਝ ਰਹੀ ਹੈ, ਔਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇਹ 3 ਕਾਨੂੰਨ ਆਰਡੀਨੈਂਸ ਲਿਆ ਕੇ। ਅੱਛਾ परमपाल सिंह जी, मैनू ये दसो कि ये ਜਿਹੜਾ ਬਿੱਲ ਲਿਆਂਦਾ ਗਿਆ ਇਸ ਦੇ ਜ਼ਰੀਏ ਫਾਇਦਾ ਕਿਸ ਨੂੰ ਪਹੁੰਚਾਇਆ ਜਾ ਰਿਹਾ ਹੈ ਔਰ ਨੁਕਸਾਨ ਕਿਸ ਨੂੰ ਹੋ ਰਿਹਾ ਹੈ?
जी मेरा सवाल तुसीं सुनिया जी। जोगा सिंह जी तुसीं मैनूं सुन सकदे हो जी? हाँ जी, हाँ जी, मैं सुन रहा जी तुहानूं। बहुत मेहरबानी, क्योंकि परमपाल सिंह जी इस वक्त सफर के अंदर मौजूद ने, कोई थोड़ा जिहा नेटवर्क प्रॉब्लम रहेगा। जोगा सिंह जी मैनूं ये दसो कि ये जिहड़ा बिल लिआंदा गया है, ये बिल बेसिकली फायदा किस ਨੂੰ ਪਹੁੰਚਾਏਗਾ? ਨੁਕਸਾਨ ਤੇ ਤੁਸੀਂ ਕਹਿ ਰਹੇ ਹੋ ਕਿ ਕਿਸਾਨਾਂ ਨੂੰ ਨੁਕਸਾਨ ਹੋਏਗਾ, ਸਿੱਖ ਭਾਈਆਂ ਨੂੰ ਨੁਕਸਾਨ ਹੋਏਗਾ, ਹਰਿਆਣਾ ਦੇ ਕਿਸਾਨਾਂ ਨੂੰ ਨੁਕਸਾਨ ਹੋਏਗਾ, ਲੇਕਿਨ ਫਾਇਦਾ ਕਿਸ ਨੂੰ ਪਹੁੰਚਾਇਆ ਜਾ ਰਿਹਾ? हाँ जी, आप जी नूं ते आप जी दे ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਅਸਲਾਮ ਵਾਹਿਗੁਰੂ ਜੀ ਅਲੈਕਮ, ਕੀ ਸਤਿ ਫਤਿਹ। ਸ਼੍ਰੀ ਅਕਾਲ ਜੀ। ਵਾਲੇਕੁਮ ਆਪ ਜੀ ਸਲਾਮ। ਦਾ ਪਹਿਲਾਂ ਧੰਨਵਾਦ ਕਰਦਾ ਕਿ ਤੁਸੀਂ ਸਾਡੀ ਆਵਾਜ਼ ਨੂੰ, ਕਿਸਾਨਾਂ ਦੀ ਆਵਾਜ਼ ਨੂੰ ਸੰਸਾਰ ਵਿੱਚ ਪਹੁੰਚਾ ਰਹੇ ਹੋ। ਦੇਖੋ ਜੀ, ਇਹ ਤਾਂ ਸਿੱਧਾ ਹੀ ਫਾਇਦਾ ਆ ਕੁਝ ਅਮੀਰ ਘਰਾਣਿਆਂ ਨੂੰ, ਜੋ ਕਿ ਕੋਆਪਰੇਟ ਦੇ ਅਧੀਨ ਕਿਸਾਨਾਂ ਨੂੰ ਕੀਤਾ ਜਾ ਰਿਹਾ, ਕਿਸਾਨਾਂ ਦੇ ਹੱਕ ਖੋਏ ਜਾ ਰਹੇ ਨੇ, ਜੋ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਾਨੂੰ ਦਿੱਤੇ ਸਨ। ਤੇ ਕਿਸਾਨਾਂ ਨੂੰ ਤੇ ਇਹ ਮੋਦੀ ਗੌਰਮੈਂਟ ਇਹ ਕਿਸਾਨਾਂ ਤੋਂ ਅੱਜ ਖੋਹ ਰਹੀ ਹੈ, ਤੇ ਸਿਰਫ ਕੁਝ ਘਰਾਣਿਆਂ ਨੂੰ ਹੀ ਅਮੀਰ ਕਰਨ ਲਈ ਇਹ ਉਹਨਾਂ ਦੇ ਅੱਗੇ ਸਰਕਾਰ ਵਿਕ ਗਈ ਹੈ, ਤੇ ਉਹਨਾਂ ਨੂੰ ਲਾਭ ਪਹੁੰਚਾਉਣ ਲਈ ਇਹ ਬਿੱਲ ਲਿਆਂਦੇ ਨੇ। ਤੇ ਦੇਖੋ, ਇੱਕ ਅਵੱਲੀ ਗੱਲ ਕਿ ਹਾਲੇ ਬਿੱਲ ਤਾਂ ਪਾਸ ਹੋਣ ਤੋਂ ਪਹਿਲਾਂ ਹੀ ਅਡਾਨੀ ਠੀਕ ਹੈ ਅਬਾਨੀ ਜੀ। ਦੇ ਵੇਅਰ ਹਾਊਸ ਵੀ ਬਣ ਹੋ ਗਏ, ਸਟੋਰ ਵੀ ਬਣਨੇ ਸ਼ੁਰੂ ਹੋ ਗਏ। ਇਹ ਤਾਂ ਬੁੱਝ ਕੇ ਹੀ ਕੀਤਾ ਗਿਆ ਸੀ ਸਾਰਾ ਕੁਝ। ਉੱਥੇ ਦੇਖੋ, ਜਦੋਂ ਬਿੱਲ ਪਾਸ ਹੁੰਦੇ ਆ ਉਹਨਾਂ ਦੇ ਬਹਿਸ ਹੁੰਦੀ ਆ, ਆਪੋ ਵਿਚਾਰ ਲੈ ਜਾਂਦੇ ਆ, ਕਿਸਾਨਾਂ ਦੇ ਵੀ ਵਿਚਾਰ ਲੈ, ਦੇ ਵਿਚਾਰ ਨਹੀਂ ਲੈ, ਧੱਕੇ ਨਾਲ ਬਿੱਲ ਫੂਕ ਦਿੱਤੇ ਗਏ। ਉਹ ਵੀ ਕੋਵਿਡ ਦੀ ਆੜ ਹੇਠ ਇੱਕ ਪਾਸੇ ਮਨੁੱਖਤਾ ਦਾ ਘਾਣ ਹੋ ਰਿਹਾ ਆ, ਉੱਥੇ ਸਾਰੇ ਅਰਦਾਸਾਂ ਵੀ ਕਰਦੇ ਆ, ਸਾਰਾ ਜੱਗ ਬੁਲਾ ਰਿਹਾ ਹੈ। ਇਹਨਾਂ ਨੇ ਇਹ ਉਹਦੀ ਆੜ ਥੱਲੇ ਵੀ ਕੋਈ ਲੋਕ ਬੋਲਣਗੇ ਨਾ ਕੋਵਿਡ ਤੋਂ ਡਰਦੇ, ਤੇ ਉਹਦੀ ਆੜ ਥੱਲੇ ਇਹ ਬਿੱਲ ਚੁੱਪ ਚਪੀਤੇ ਪਾਸ ਕਰ ਦਿੱਤੇ ਗਏ। अच्छा जोगा सिंह जी सानू ये दसो कि कितने दिन हो गए ने इस धरने नू, और कितने दिन तो साडे किसान भाई जिहड़े ने वो दिल्ली दीयां सड़कां ते बैठे ने, वो सिंघू बार्डर ते बैठे ने, वो पूरे पंजाब च बैठे ने, हरियाणा बैठे ने, कितने दिन हो गए ने इसनू? ਇਹ ਕਾਫੀ ਦਿਨ ਹੋ ਗਏ ਜੀ। 26 ਤਰੀਕ ਤੋਂ ਤਾਂ 26 ਤਰੀਕ ਤੋਂ ਤਾਂ ਕਿਸਾਨ ਦਿੱਲੀ ਦੇ ਵਿੱਚ ਐਂਟਰ ਹੋਏ ਆ। ਉਸ ਤੋਂ ਪਹਿਲਾਂ ਸਿੰਘੂ ਬਾਰਡਰ ਤੇ ਵੀ ਮੋਰਚਾ ਲੱਗਿਆ। 1 ਸਤੰਬਰ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਕਿਸਾਨ ਵਿੰਗ, ਜਿਹੜੀ ਆ ਕਿਸਾਨਾਂ ਦਾ ਵਿੰਗ ਆ, ਉਹਦੇ ਪ੍ਰਧਾਨ ਜਸਕਰਨ ਸਿੰਘ ਨੇ ਆ ਕੇ ਸ਼ੰਭੂ ਬਾਰਡਰ ਤੇ, ਹਰਿਆਣੇ ਬਾਰਡਰ ਤੇ ਮੋਰਚਾ ਲਾ ਦਿੱਤਾ ਸੀ। ਜੋ ਕਿ ਮਹਾਰਾਜਾ ਰਣਜੀਤ ਸਿੰਘ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਸੋਚ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸੋਚ ਨੂੰ ਉਜਾਗਰ ਕਰਦਾ ਹੋਇਆ, ਖਾਲਸਾਈ ਪਰੰਪਰਾਵਾਂ ਨੂੰ ਮੁੱਖ ਰੱਖਦਾ ਹੋਇਆ ਕਿਸਾਨਾਂ ਦੇ ਨਾਲ ਆ ਕੇ ਖੜਾ ਹੋ ਗਿਆ ਸੀਗਾ ਜੀ। ਤੇ ਇਹ ਮੋਰਚਾ ਲੱਗੇ ਨੂੰ ਤਾਂ 3 ਮਹੀਨੇ ਹੋ ਗਏ ਆ ਜੀ। ਤੇ ਬਾਕੀ ਜਾਣਕਾਰੀ ਦੇ ਭਾਈ ਸਾਹਿਬ ਨੂੰ ਮੇਰੇ ਤੋਂ ਜ਼ਿਆਦਾ ਹੋਵੇਗੀ, ਕਿਉਂਕਿ ਮੈਂ ਤਾਂ ਅਮਰੀਕਾ ਦੇ ਵਿੱਚ ਰਹਿੰਦਾ ਹਾਂ। ਮੈਂ ਇੱਥੋਂ ਜੋ ਕਰ ਸਕਦਾ ਹਾਂ ਮੈਂ ਕਰ ਰਿਹਾ ਹਾਂ, ਉਹ ਮੈਂ ਤੁਹਾਨੂੰ ਜਦੋਂ ਤੁਸੀਂ ਪੁੱਛੋਗੇ ਮੈਂ ਡਿਟੇਲ 'ਚ ਜਾਣਕਾਰੀ ਦੇਵਾਂਗਾ ਜੀ। ਜੀ ਜ਼ਰੂਰ। परमपाल सिंह जी, ਤੁਸੀਂ ਸਾਨੂੰ ਇਹ ਦੱਸੋ ਕਿ ਇਸ ਵਕਤ ਧਰਨੇ ਦੀ ਸਿਚੁਏਸ਼ਨ ਕੀ ਹੈ? ਇਸ ਵਕਤ ਦਿੱਲੀ ਦੇ ਅੰਦਰ ਜਿਹੜਾ ਧਰਨਾ ਹੈ, ਜਿਹੜਾ ਸਿੰਘੂ ਬਾਰਡਰ ਦੇ ਉੱਤੇ ਧਰਨਾ ਹੈ, ਉਸ ਦੇ ਅੰਦਰ ਜਿਹੜੇ ਅਫਰਾਦ ਮੌਜੂਦ ਨੇ, ਰਹਿਨੁਮਾ ਮੌਜੂਦ ਨੇ, ਸਿੱਖ ਯੂਨੀਅਨ ਮੌਜੂਦ ਹੈ, ਕਿਸਾਨ ਯੂਨੀਅਨ ਮੌਜੂਦ ਹੈ, ਤੁਸੀਂ ਮੌਜੂਦ ਹੋ। ਤੁਹਾਡਾ ਮੁਤਾਲਬਾ ਕੀ ਹੈ ਔਰ ਤੁਸੀਂ ਕੀ ਚਾਹੁੰਦੇ ਹੋ? जी परमपाल सिंह जी, तुसी मैनू सुन सकते हो जी? जी तुहाडे तक मेरी आवाज पहुंच रही परमपाल सिंह जी? जी जोगा सिंह जी, तुसी मैनू ये दसो कि इस वक्त, क्योंकि मेरे को भी कुछ मालूमात ने, तुहाडे कोल भी ने, तुसी साडे नाज़रीन नू ये भी दसो कि इस वक्त किसानां दा मुतालबा की है, किसान की चाहुंदे ने? हाँ जी, किसानां दी ਇਹ ਮੰਗ ਹੈ ਜੀ, ਇਹ ਹੱਕ ਵੀ ਹੈ ਵੀ ਜਿਹੜੇ ਤਿੰਨੇ ਬਿੱਲ ਲਿਆਂਦੇ ਗਏ ਆ, ਤੇ ਇੱਕ ਜਿਹੜਾ ਇਲੈਕਟ੍ਰਿਸਿਟੀ ਦਾ ਬਿੱਲ ਲਿਆਂਦਾ ਗਿਆ ਹੈ,
ਪਰਾਲੀ ਦੇ ਬਿੱਲ ਲਿਆਂਦੇ ਗਏ ਨੇ, ਲਿਆਏ ਜਾ ਰਹੇ ਨੇ, ਉਹ ਸਾਰੇ ਦੇ ਸਾਰੇ ਬਿੱਲ ਵਾਪਸ ਕੀਤੇ ਜਾਣ, ਉਹਨਾਂ ਨੂੰ ਰਿਜੈਕਟ ਕੀਤਾ ਜਾਵੇ ਤੇ ਕਿਸਾਨਾਂ ਦੇ ਜਿੰਨਾ ਚਿਰ ਇਹ ਬਿੱਲ ਵਾਪਸ ਨਹੀਂ ਹੁੰਦੇ ਉਹਨਾਂ ਚਿਰ ਕਿਸਾਨਾਂ ਦਾ ਸੰਘਰਸ਼ ਜਾਰੀ ਰਹਿਣਾ ਚਾਹੀਦਾ ਹੈ ਤੇ ਉਹ ਜਾਰੀ ਰੱਖ ਰਿਹਾ। ਦਿਨ ਰੋਜ਼ ਦੀਆਂ ਨਿਊਜ਼ ਇਹੀ ਆ ਵੀ ਸਾਰੇ ਬਿੱਲਾਂ ਦੀ ਵਾਪਸੀ ਤੱਕ ਇਹ ਸੰਘਰਸ਼ ਜਾਰੀ ਰਹੇਗਾ। ਅੱਛਾ ਜੋਗਾ ਸਿੰਘ ਜੀ, ਮੈਂ ਤੁਹਾਡੇ ਕੋਲੋਂ ਇੱਕ ਜਿਹੜਾ ਨਾ ਉਹ ਇਸ ਰਿਲੇਟਿਡ ਹੀ ਸਵਾਲ ਪੁੱਛਾਂਗਾ ਕਿ ਜਿਸ ਟਾਈਮ ਕਿਸਾਨਾਂ ਨੇ ਧਰਨਾ ਸ਼ੁਰੂ ਕੀਤਾ ਹੈ ਦਿੱਲੀ ਦੇ ਅੰਦਰ, ਹਰਿਆਣਾ ਦੇ ਅੰਦਰ, ਪੰਜਾਬ ਦੇ ਅੰਦਰ, ਦੀਗਰ ਜਗ੍ਹਾ ਤੇ, USA, ਆਸਟ੍ਰੇਲੀਆ, ਉਸ ਵਕਤ ਮੋਦੀ ਹਕੂਮਤ ਨੇ ਔਰ ਮੋਦੀ ਦਾ ਮੀਡੀਆ ਜਿਹੜਾ ਹੈ ਉਸਨੇ ਇਹ ਆਖਣਾ ਸ਼ੁਰੂ ਕਰ ਦਿੱਤਾ ਹੈ ਕਿ ਇਹ ਸਾਰੇ ਜਿਹੜੇ ਨੇ ਇਹ ਆਤੰਕਵਾਦੀ ਨੇ ਔਰ ਇਹ ਖਾਲਿਸਤਾਨ ਦੀ ਤਹਿਰੀਕ ਜਿਹੜਾ ਉਸ ਨੂੰ ਦੁਬਾਰਾ ਜ਼ਿੰਦਾ ਕਰਨਾ ਚਾਹੁੰਦੇ ਨੇ ਔਰ ਇਸ ਦੇ ਅੰਦਰ ਕਿਸਾਨਾਂ ਦਾ ਮੁੱਦਾ ਜਿਹੜਾ ਉਸ ਨੂੰ ਬਹਾਨਾ ਬਣਾਇਆ ਜਾ ਰਿਹਾ ਹੈ। ਉਸ ਦੀ ਆੜ ਦੇ ਅੰਦਰ ਇਹ ਆਪਣੇ ਦੀਗਰ ਜਿਹੜੇ ਅਜ਼ਾਇਮ ਨੂੰ ਉਹਨਾਂ ਨੂੰ ਪੂਰਾ ਕਰਨਾ ਚਾਹੁੰਦੇ ਨੇ। ਤੁਸੀਂ ਇਸ ਦੇ ਉੱਤੇ ਕੀ ਕਹਿਣਾ ਚਾਹੁੰਦੇ ਹੋ? ਦੇਖੋ ਜੀ, ਮੈਂ ਇਹ ਕਹਿਣਾ ਚਾਹੁੰਦਾ ਵੀ ਮੋਦੀ ਨੇ ਧੱਕੇ ਨਾਲ ਕਾਨੂੰਨ ਲਿਆਂਦੇ ਜੋ ਕਿ ਕਿਸਾਨਾਂ ਨੂੰ ਬਿਲਕੁਲ ਮਨਜ਼ੂਰ ਨਹੀਂ ਸੀ। ਠੀਕ ਹੈ ਜੀ। ਕਿਸਾਨਾਂ ਨੇ ਇਸ ਪ੍ਰਤੀ ਆਪਣਾ ਰੋਸ ਜ਼ਾਹਰ ਸ਼ੁਰੂ ਕੀਤਾ। ਪਹਿਲਾਂ ਟ੍ਰੇਨਾਂ ਰੋਕੀਆਂ, ਸ਼ਾਂਤਮਈ ਸੰਘਰਸ਼ ਕਰ ਰਹੇ ਸੀ, ਹੁਣ ਵੀ ਸ਼ਾਂਤਮਈ ਆ, ਇਹਨੇ ਕੋਈ ਸੁਣੀ ਨਹੀਂ। ਉਸ ਤੋਂ ਬਾਅਦ ਕਿਸਾਨਾਂ ਨੇ ਅਲਟੀਮੇਟਮ ਦਿੱਤਾ ਕਿ ਅਸੀਂ 25 ਜਾਂ 26 ਤਰੀਕ ਤੋਂ ਦਿੱਲੀ ਆਵਾਂਗੇ। ਅਸੀਂ ਦਿੱਲੀ ਆ ਕੇ ਆਪਣੀਆਂ ਗੱਲਾਂ ਰੱਖਾਂਗੇ, ਸੰਸਾਰ ਦੇ ਮੀਡੀਆ ਅੱਗੇ ਵੀ ਰੱਖਾਂਗੇ। ਅਸੀਂ ਦਿੱਲੀ ਆਵਾਂਗੇ, ਸਾਨੂੰ ਇਜਾਜ਼ਤ ਦਿੱਤੀ ਜਾਵੇ। ਤੇ ਉਹ ਇਜਾਜ਼ਤ ਤਾਂ ਇਹਨਾਂ ਨੇ ਸ਼ਾਂਤਮਈ ਮੁਜ਼ਾਹਰੇ ਵਾਸਤੇ ਕੀ ਦੇਣੀ ਆ, ਕਿਉਂਕਿ ਡੈਮੋਕ੍ਰੇਸੀ ਦਾ ਇਹ ਅਸੂਲ ਆ ਕਿ ਸ਼ਾਂਤਮਈ ਤਰੀਕੇ ਨਾਲ ਹਰ ਕੋਈ ਆਪਣਾ ਰੋਸ ਮੁਜ਼ਾਹਰਾ ਵੀ ਕਰ ਸਕਦਾ, ਹਰ ਕੋਈ ਆਪਣੀ ਗੱਲ ਰੱਖ ਸਕਦਾ। ਲੇਕਿਨ ਇਹਨਾਂ ਨੇ ਕਿਸਾਨਾਂ ਨੂੰ ਖੱਡੇ ਪੱਟ ਕੇ ਸੜਕਾਂ ਦੇ ਉੱਤੇ ਪੱਥਰ ਲਾ ਕੇ, ਫੋਰਸ ਲਾ ਕੇ, ਕਿਸਾਨਾਂ ਤੇ ਪਾਣੀ ਦੀਆਂ ਬੁਛਾਰਾਂ ਛੱਡ ਕੇ ਕਿਸਾਨਾਂ ਨੂੰ ਜਲੀਲ ਕੀਤਾ ਤੇ ਕਿਸਾਨਾਂ ਤੇ ਤਸ਼ੱਦਦ ਕੀਤਾ। ਨਾ ਬਜ਼ੁਰਗ ਦੇਖਿਆ, ਨਾ ਬੱਚਾ ਦੇਖਿਆ, ਨਾ ਮਾਈ ਦੇਖੀ। ਉੱਥੇ ਬਜ਼ੁਰਗਾਂ ਦੀਆਂ ਪੱਗਾਂ ਲਿੱਥ ਗਈਆਂ, ਦਾੜੀਆਂ ਖਿੱਲਰ ਗਈਆਂ, ਕੇਸਾਂ ਦੀ ਬੇਅਦਬੀ ਹੋ ਗਈ। ਇਹਨਾਂ ਨੇ ਕੋਈ ਤਰਸ ਨਹੀਂ ਕੀਤਾ, ਇਹਨਾਂ ਨੇ ਪੂਰੀ ਫੋਰਸ ਉੱਥੇ ਝੋਕ ਦਿੱਤੀ। ਹੁਣ ਦੱਸੋ, ਜੇ ਦੋਸ਼ ਆਪਣਾ ਉੱਥੇ ਆ ਕੇ ਖਾਲਿਸਤਾਨੀਆਂ ਨੇ ਕਿਹਾ ਸੀ ਵੀ ਖੱਡੇ ਪੱਟ ਦਿਓ, ਉੱਥੇ ਪਾਣੀ ਦੀਆਂ ਬੁਛਾੜਾਂ ਦੇਵੋ, ਡਾਂਗਾਂ ਚਲਾਵੋ, ਉਹ ਖਾਲਿਸਤਾਨੀਆਂ ਨੇ ਆ ਕੇ ਕਿਹਾ ਸੀ, ਉਹ ਚੀਨ ਵਾਲੇ ਨੇ ਕਿਹਾ ਸੀ, ਉਹ ਪਾਕਿਸਤਾਨ ਨੇ ਕਿਹਾ ਸੀ। ਘਰ ਇਹਨਾਂ ਤੋਂ ਆਪਣਾ ਸੰਭਾਲ ਨਹੀਂ ਹੁੰਦਾ, ਇਹ ਦੋਸ਼ ਦੂਜਿਆਂ ਤੇ ਲਾਉਂਦੇ, ਕਦੇ ਖਾਲਿਸਤਾਨੀਆਂ ਦੇ। ਕੀ ਹੁਣ ਤੁਸੀਂ ਦੱਸੋ, ਹਰ ਇਨਸਾਨ ਤੇ ਇਫੈਕਟ ਪੈਣਾ ਹੈ ਜੀ। ਅੱਛਾ ਜੋਗਾ ਸਿੰਘ ਜੀ, ਮੈਨੂੰ ਇਹ ਦੱਸੋ ਕਿ ਅਗਰ ਮੋਦੀ ਹਕੂਮਤ ਜਿਹੜੀ ਇੱਕ ਫਾਸ਼ਿਸਟ ਹਕੂਮਤ ਹੈ ਔਰ ਇਸ ਦਾ ਚਿਹਰਾ ਜਿਹੜਾ ਪੂਰੀ ਦੁਨੀਆ ਦੇ ਸਾਹਮਣੇ ਬੇਨਕਾਬ ਹੋ ਚੁੱਕਿਆ ਹੈ। ਜੀ ਜੀ, ਤੁਸੀਂ ਮੈਨੂੰ ਸੁਣ ਸਕਦੇ ਹੋ ਜੀ? ਜੋਗਾ ਸਿੰਘ ਜੀ, ਤੁਸੀਂ ਮੈਨੂੰ ਸੁਣ ਸਕਦੇ ਹੋ? ਹਾਂਜੀ, ਮੈਂ ਸੁਣ ਰਿਹਾ ਜੀ। ਜੋਗਾ ਸਿੰਘ ਜੀ, ਮੈਨੂੰ ਇਹ ਦੱਸੋ ਕਿ ਜਿਸ ਟਾਈਮ ਮੋਦੀ ਹਕੂਮਤ ਕੋਲੋਂ ਤੁਸੀਂ ਆਪਣਾ ਹੱਕ ਲੈਣ ਜਾ ਰਹੇ ਹੋ, ਤੁਸੀਂ ਮੁਤਾਲਬਾ ਕਰ ਰਹੇ ਹੋ ਕਿ ਇਹ ਕਿਸਾਨਾਂ ਦੇ ਉੱਤੇ ਜ਼ੁਲਮ ਢਾਇਆ ਜਾ ਰਿਹਾ ਹੈ, ਕਿਸਾਨਾਂ ਨੂੰ ਇਹ ਬਿੱਲ ਮਨਜ਼ੂਰ ਨਹੀਂ ਔਰ ਤੁਸੀਂ ਇਸ ਬਿੱਲ ਨੂੰ ਵਾਪਸ ਲੈ ਲਓ, ਮੋਦੀ ਹਕੂਮਤ ਨੂੰ ਤੁਸੀਂ ਤੇ ਇਹ ਕਹਿ ਰਹੇ ਸੋ। ਹੁਣ ਜਿਸ ਟਾਈਮ ਮੋਦੀ ਹਕੂਮਤ ਬਿੱਲ ਵੀ ਵਾਪਸ ਨਹੀਂ ਲੈ ਰਹੀ ਔਰ ਤੁਹਾਡੇ ਉੱਤੇ ਜ਼ੁਲਮ ਵੀ ਕਰ ਰਹੀ ਹੈ, ਡੰਡੇ ਵੀ ਬਰਸਾ ਰਹੀ ਹੈ, ਵਾਟਰ ਕੈਨਨ ਦਾ ਇਸਤੇਮਾਲ ਵੀ ਹੋ ਰਿਹਾ ਹੈ, ਲਾਠੀ ਚਾਰਜ ਵੀ ਹੋ ਰਿਹਾ ਹੈ, ਤੇ ਜਿਸ ਟਾਈਮ ਤੁਹਾਡੇ ਕੋਲੋਂ ਇਹ ਪੁੱਛਿਆ ਜਾਏ ਕਿ ਕਿਆ ਤੁਸੀਂ ਮੋਦੀ ਦੀ ਹਕੂਮਤ ਤੋਂ ਖੁਸ਼ ਹੋ ਜਾਂ ਤੁਸੀਂ ਇਹ ਚਾਹੁੰਦੇ ਹੋ ਕਿ ਤੁਹਾਨੂੰ ਜਿਹੜੀ 1920 ਦੇ ਅੰਦਰ ਤਹਿਰੀਕ ਸ਼ੁਰੂ ਹੋਈ ਸੀ ਕਿ ਕਿਸਾਨਾਂ ਨੂੰ ਔਰ ਸਿੱਖਾਂ ਨੂੰ ਆਪਣਾ ਦੇਸ਼ ਬਣਾਉਣਾ ਪਵੇਗਾ, ਕਿਆ ਤੁਸੀਂ ਉਸ ਨੂੰ ਸੋਚਣੇ ਵਿੱਚ ਮਜਬੂਰ ਹੋ ਗਏ ਹੋ? ਜੀ ਜੋਗਾ ਸਿੰਘ ਜੀ, ਤੁਹਾਡੇ ਤੱਕ ਮੇਰਾ ਸਵਾਲ ਪਹੁੰਚ ਗਿਆ ਜੀ? ਜੋਗਾ ਸਿੰਘ ਜੀ, ਤੁਹਾਡੀ ਆਵਾਜ਼ ਮੇਰੇ ਤੱਕ ਨਹੀਂ ਪਹੁੰਚ ਰਹੀ। ਹਾਂਜੀ, ਦੇਖੋ, ਜਿਹੜਾ ਆਪ ਜੀ ਦਾ ਸਵਾਲ। ਜੀ ਜੀ ਜੀ, ਜੋਗਾ ਸਿੰਘ ਜੀ ਤੁਸੀਂ ਜਾਰੀ ਰੱਖੋ, ਤੁਹਾਡੀ ਆਵਾਜ਼ ਆ ਰਹੀ ਮੇਰੇ ਤੱਕ।
ਜੀ ਸ਼ਾਇਦ ਜੋਗਾ ਸਿੰਘ ਜੀ ਉਹਨਾਂ ਦਾ ਨੈਟਵਰਕ ਜਿਹੜਾ ਹੁਣ ਠੀਕ ਹੈ ਜੀ। ਜੀ ਹਾਂਜੀ ਸਵਾਲ ਜੀ ਜੋਗਾ ਸਿੰਘ ਕਰਿਓ ਜੀ ਜੀ ਸਵਾਲ ਮੇਰਾ ਇਹ ਹੈ ਕਿ ਜਿਸ ਟਾਈਮ ਦਿੱਲੀ ਤੁਹਾਨੂੰ ਤੁਹਾਡੇ ਹੱਕ ਨਹੀਂ ਦੇਗਾ ਔਰ ਤੁਹਾਡੇ ਉੱਤੇ ਜ਼ੁਲਮ ਨਹੀਂ ਕਰੇਗਾ, ਉਹ ਕਿਸਾਨਾਂ ਦੇ ਬਿੱਲਾਂ ਦੇ ਜ਼ਰੀਏ ਹੋਵੇ, ਲਾਠੀ ਚਾਰਜ ਦੇ ਜ਼ਰੀਏ ਹੋਵੇ, ਵਾਟਰ ਕੈਨਨ ਦੇ ਜ਼ਰੀਏ ਹੋਵੇ, ਤੇ ਤੁਸੀਂ ਖਾਲਿਸਤਾਨ ਦੀ ਤਹਿਰੀਕ ਜਿਹੜੀ ਹੈ ਉਸ ਨੂੰ ਸੋਚ ਰਹੇ ਹੋ ਜਾਂ ਉਸ ਦੇ ਉੱਤੇ ਕੁਝ ਦੋਸਤਾਂ ਨੇ ਜਿਹੜਾ ਉਹ ਕਮੈਂਟ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ ਕਿ ਬਿਲਕੁਲ ਅਗਰ ਮੋਦੀ ਹਕੂਮਤ ਜਿਹੜਾ ਉਹ ਸਾਨੂੰ ਸਾਡਾ ਹੱਕ ਨਹੀਂ ਦੇਗੀ ਤੇ ਫਿਰ ਅਸੀਂ ਸੋਚਣੇ ਤੇ ਮਜਬੂਰ ਹੋ ਜਾਵਾਂਗੇ ਕਿ ਜਿਹੜੀ ਤਹਿਰੀਕ ਜਿਹੜਾ 1920 ਵਿੱਚ ਅਸੀਂ ਸ਼ੁਰੂ ਕੀਤੀ ਸੀ ਉਸ ਨੂੰ ਦੁਬਾਰਾ ਸ਼ੁਰੂ ਕੀਤਾ ਜਾਏ ਔਰ ਆਪਣਾ ਆਜ਼ਾਦ ਮੁਲਕ ਜਿਹੜਾ ਹੈ ਉਸ ਦੀ ਤਹਿਰੀਕ ਨੂੰ ਅੱਗੇ ਵਧਾਇਆ ਜਾਏ। ਤੁਸੀਂ ਇਸ ਉੱਤੇ ਕੀ ਕਹੋਗੇ? ਦੇਖੋ ਜੀ, ਇਹ ਮੇਰੇ ਕਹਿਣ ਦਾ ਵਾਜ ਗੱਲ, ਮੈਂ ਤਾਂ ਜੋ ਹੈ ਉਹੀ ਹਾਂ, ਲੇਕਿਨ ਪੰਜਾਬ, ਹਰਿਆਣਾ, ਯੂਪੀ, ਉੱਤਰਾਚਲ ਤੇ ਹੋਰ ਸਟੇਟਾਂ ਤੋਂ ਵੀ ਆਵਾਜ਼ ਉੱਠ ਰਹੀ ਹੈ ਕਿ ਜੇਕਰ ਹੱਕ ਮੰਗਣ ਨੂੰ ਦਾ ਨਾਮ ਦਿੱਤਾ ਜਾ ਰਿਹਾ ਹੈ ਤੇ ਅਸੀਂ ਵੀ ਸਾਰੇ ਖਾਲਿਸਤਾਨੀ ਹਾਂ। ਇਹ ਤਾਂ ਉੱਥੇ ਦਾ ਆਵਾਮ ਹੀ ਕਹਿਣ ਲੱਗ ਪਤਾ ਹੈ ਕਿ ਜੋ ਮੋਦੀ ਸਰਕਾਰ ਦੀਆਂ ਪਾਲਿਸੀਆਂ ਨੇ, ਬ੍ਰਾਹਮਣਵਾਦ ਨੂੰ ਫੈਲਾਉਣ ਦੀਆਂ ਪਾਲਿਸੀਆਂ ਨੇ, ਹਿੰਦੂਤਵਾ ਭਾਰਤ ਵਿੱਚ ਲਿਆਉਣ ਨੂੰ, ਇਹ ਆਪ ਕਹਿ ਰਹੇ ਆ ਕਿ ਅਸੀਂ 1925 ਤੱਕ ਇਹਨਾਂ ਦੇ ਜਿਹੜੇ ਮੇਨ ਲੀਡਰ ਆ ਉਹ 1925 ਤੱਕ ਟਾਰਾਂ ਮਾਰ ਰਿਹਾ ਕਿ ਅਸੀਂ ਹਿੰਦੂ ਰਾਸ਼ਟਰ ਘੋਸ਼ਿਤ ਕਰਨ ਜਾ ਰਹੇ ਹਾਂ ਤੇ ਜਿਸਨੇ ਵੀ ਇੱਥੇ ਰਹਿਣਾ ਹੋਊਗਾ ਹਿੰਦੂ ਬਣ ਕੇ ਹੀ ਰਹੇਗਾ। ਤੇ ਇਹ ਹੁਣ ਆਵਾਮ ਹੀ ਭਾਰਤ ਦਾ ਕਹਿਣ ਲੱਗ ਪਿਆ ਵੀ ਅਸੀਂ ਤਾਂ ਖਾਲਿਸਤਾਨੀ ਹਾਂ ਜੇਕਰ ਹੱਕ ਮੰਗਣੇ। ਤੇ ਹੁਣ ਦਿੱਲੀ ਵਿੱਚ ਕਿਸਾਨਾਂ ਨੇ ਜਿਵੇਂ ਲੰਗਰ ਲਾਤੇ ਆ, ਜਾ ਕੇ ਇੱਕ ਪਾਸੇ ਕਿਸਾਨ ਦਾ ਗਲ ਘੁੱਟਿਆ ਜਾ ਰਿਹਾ, ਦੂਜੇ ਪਾਸੇ ਕਿਸਾਨਾਂ ਨੇ ਲੰਗਰ ਲਾ ਦਿੱਤੇ ਆ। ਉਹ ਦਿੱਲੀ ਦੀ ਵੀ ਜਨਤਾ ਇੰਨੀ ਖੁਸ਼ ਆ ਕਿ ਇਹਨਾਂ ਦਾ ਜੇ ਰਾਜ ਆ ਗਿਆ ਇਹ ਪਤਾ ਨਹੀਂ, ਇਹ ਤਾਂ ਲੋਕਾਂ ਨੂੰ ਖੁਸ਼ਹਾਲ ਕਰ ਦੇਣਗੇ, ਇੱਥੇ ਕੋਈ ਵਿਤਕਰਾ ਨਹੀਂ ਹੋਊਗਾ। ਬਾਕੀ ਅਸੀਂ ਤਾਂ ਆਪਣੇ ਸਿਧਾਂਤ ਤੇ ਅੜੇ ਹੋਏ ਹਾਂ। ਭਾਰਤ ਸਰਕਾਰ ਨੇ, ਕਾਂਗਰਸ ਗਵਰਨਮੈਂਟ ਹੋਵੇ ਚਾਹੇ ਉਹ ਬੀਜੇਪੀ ਦੀ ਗਵਰਨਮੈਂਟ ਹੋਵੇ, ਇਹ ਸਾਰੇ ਉੱਥੇ ਬ੍ਰਾਹਮਣਵਾਦ ਹੀ ਲਿਆਉਣਾ ਚਾਹੁੰਦੇ ਹਨ। ਇਹਨਾਂ ਨੇ ਸਿੱਖਾਂ ਦੀਆਂ ਸ਼ਾਂਤਮਈ ਮੰਗਾਂ ਜਿਹੜੀਆਂ ਸੀਗੀਆਂ 1978 ਤੋਂ ਪਹਿਲਾਂ ਤੋਂ ਸੰਘਰਸ਼ ਜਿਹੜਾ ਸ਼ੁਰੂ ਹੋਇਆ ਸੀਗਾ, ਉੱਥੇ ਜਿਹੜਾ ਅੰਮ੍ਰਿਤਸਰ ਐਲਾਨਨਾਮੇ ਵਿੱਚ ਵੀ ਜਿਹੜੀਆਂ ਮੰਗਾਂ ਸੀ ਉਹ ਕਿਸਾਨਾਂ ਦੇ ਹਿੱਤ ਵਿੱਚ ਹੀ ਸਨ। ਇਹਨਾਂ ਨੇ ਉਹ ਮੰਗਾਂ ਨਹੀਂ ਮੰਨੀਆਂ, ਇਹਨਾਂ ਨੇ ਸਾਨੂੰ ਮਜਬੂਰ ਕੀਤਾ, ਅਕਾਲ ਤਖਤ ਸਾਹਿਬ ਢਹਿ ਢੇਰੀ ਕਰ ਦਿੱਤਾ, ਸਿੱਖੀ ਤੇ ਜ਼ੁਲਮ ਕੀਤਾ। ਦਿੱਲੀ ਦੇ ਵਿੱਚ ਇਹਨਾਂ ਨੇ ਸਿੱਖਾਂ ਦੀ ਨਸਲਕੁਸ਼ੀ ਕਰਾਈ, ਕਾਨਪੁਰ ਵਿੱਚ ਨਸਲਕੁਸ਼ੀ ਕਰਵਾਈ, ਸਾਡੇ ਗਲਾਂ ਵਿੱਚ ਸਾਡੇ ਟਾਇਰ ਪਾਏ ਇਹਨਾਂ ਨੇ। ਇਹਨਾਂ ਦੇ ਮਨਸੂਬੇ ਉਦੋਂ ਤੋਂ ਹੀ ਸੀ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਕਹਿ ਦਿੱਤਾ ਸੀਗਾ ਕਿ ਜਦੋਂ ਤੱਕ ਸਾਨੂੰ ਇਹ ਬਰਾਬਰ ਦੇ ਸ਼ਹਿਰੀ ਰੱਖਣਗੇ ਉਦੋਂ ਤੱਕ ਅਸੀਂ ਬਹੁਤ ਮਿਹਰਬਾਨੀ ਜੀ। ਜੀ ਜੀ ਜੋਗਾ ਸਿੰਘ ਜੀ, ਸੰਗਰਸਤਾਨ ਦੀ ਨੀਂਹ ਰੱਖਣ ਆਇਆ ਹੋਇਆ ਹੈ ਕਿ ਨਾ ਕਰ ਰਿਹਾ ਹੈ। ਸਾਡੀ ਪਾਰਟੀ ਜਿਹੜੀ, ਜਿਸ ਪਾਰਟੀ ਨੂੰ ਮੈਂ ਬਿਲੋਂਗ ਕਰਦਾ ਹਾਂ, ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਜੋ MP ਵੀ ਰਹਿ ਚੁੱਕੇ ਹਨ, ਉਹ ਸ਼ਾਂਤਮਈ ਤਰੀਕੇ ਨਾਲ ਭਾਰਤ ਵਿੱਚ ਰਹਿੰਦੇ ਹੋਏ ਸੰਵਿਧਾਨ ਦੇ ਅੰਦਰ ਰਹਿ ਕੇ ਖਾਲਿਸਤਾਨ ਦੀ ਮੰਗ ਕਰ ਰਹੇ ਆ, ਜੋ ਕਿ ਸੁਪਰੀਮ ਕੋਰਟ ਨੇ ਇਜਾਜ਼ਤ ਵੀ ਦਿੱਤੀ ਹੋਈ ਹੈ ਕਿ ਸ਼ਾਂਤਮਈ ਤਰੀਕੇ ਨਾਲ ਖਾਲਿਸਤਾਨ ਦੀ ਗੱਲ ਕਰਨੀ, ਖਾਲਿਸਤਾਨ ਦੇ ਨਾਅਰੇ ਲਾਉਣੇ ਤੇ ਖਾਲਿਸਤਾਨ ਦੀ ਪ੍ਰਾਪਤੀ ਵੱਲ ਜਾਣਾ ਕੋਈ ਗੁਨਾਹ ਨਹੀਂ। ਇਹਨਾਂ ਦੇ ਸੁਪਰੀਮ ਕੋਰਟ ਨੇ ਵੀ ਇਹ ਦਿੱਤਾ ਹੋਇਆ ਹੈ ਸਾਨੂੰ ਲਿਖ ਕੇ। ਸੋ ਅਸੀਂ ਅੱਤਵਾਦੀ ਨਹੀਂ, ਅਸੀਂ ਸ਼ਾਂਤਮਈ ਹਾਂ। ਉਸ ਦੀ ਇੱਕ ਤਾਜ਼ਾ ਮਿਸਾਲ ਮੈਂ ਦਿੰਦਾ। ਜਿਵੇਂ ਅਸੀਂ ਜੇ ਖਾਲਿਸਤਾਨੀ ਹਾਂ, ਜੇ ਅਸੀਂ ਖਾਲਸਾ ਪੰਥ ਨੂੰ ਪ੍ਰਣਾਏ ਹੋਏ ਹਾਂ, ਖਾਲਸਾ ਪੰਥ ਦੇ ਅਸੂਲ ਥੱਲੇ ਕੰਮ ਕਰਦੇ ਹਾਂ ਤੇ ਉਸ ਨੂੰ ਮੁੱਖ ਰੱਖਦੇ ਹੋਏ ਅਸੀਂ ਇਨਸਾਨ ਵੀ ਹਾਂ, ਕਿਸਾਨ ਵੀ ਹਾਂ ਤੇ ਅਮਰੀਕਨ ਸਿਟੀਜ਼ਨ ਹੁੰਦੇ ਹੋਏ ਦਾਸ ਨੇ 8 ਦਸੰਬਰ ਤੋਂ ਰੋਜ਼ਾਨਾ 11 ਵਜੇ ਤੋਂ ਲੈ ਕੇ 2 ਵਜੇ ਤੱਕ ਮੰਡੇ ਟੂ ਫਰਾਈਡੇ ਭਾਰਤ ਦੀ ਐਮਬੈਸੀ ਵਿਖੇ ਨਿਊਯਾਰਕ ਵਿੱਚ ਜਾ ਕੇ ਮੈਂ ਉੱਥੇ ਮੰਗ ਕਰਦਾ ਹਾਂ, ਸ਼ਾਂਤਮਈ ਪ੍ਰੋਟੈਸਟ ਕਰਦਾ ਹਾਂ ਕਿ ਕਿਸਾਨਾਂ ਦੀਆਂ ਜਾਇਜ਼ ਮੰਗਾਂ ਆ, ਉਹਨਾਂ ਦੇ ਹੱਕ ਆ, ਉਹਨਾਂ ਦੇ ਹੱਕ ਵਿੱਚ ਅਸੀਂ ਸ਼ਾਂਤਮਈ ਤਰੀਕੇ ਨਾਲ
ਆਪਣੇ ਦੇਸ਼ ਦੀ ਵੀ ਮੰਗ ਕਰਦੇ ਹਾਂ, ਪਰ ਜਿਹੜਾ ਹੁਣ ਦਾ ਮੁੱਦਾ ਹੈ, ਅਸੀਂ ਕਿਸਾਨਾਂ ਦੇ ਨਾਲ ਚਟਾਨ ਵਾਂਗ ਖੜੇ ਹਾਂ। ਇਸ ਦੀ ਤਾਜ਼ਾ ਮਿਸਾਲ ਹੈ, ਰੋਜ਼ਾਨਾ ਮੇਰੀਆਂ ਉੱਥੋਂ ਮੈਂ ਸੋਸ਼ਲ ਮੀਡੀਆ ਤੇ ਪਾਉਣਾ ਪੋਸਟਾਂ, ਮੈਂ ਸ਼ਾਂਤਮਈ ਤਰੀਕੇ ਨਾਲ ਮੈਸੇਜ ਦੇ ਕੇ ਰੋਜ਼ ਜਾ ਕੇ ਮੁਜ਼ਾਹਰਾ ਕਰਦਾ ਹਾਂ, ਆਪਣੇ ਹੱਕਾਂ ਦੀ ਪ੍ਰਾਪਤੀ ਤੱਕ ਕਰਦਾ ਰਹਾਂਗਾ। ਮੇਰਾ ਕਿਸਾਨਾਂ ਨੂੰ ਇਹ ਸੁਨੇਹਾ, ਸ਼ਾਂਤਮਈ ਤਰੀਕੇ ਨਾਲ ਉੱਥੇ ਸੰਘਰਸ਼ ਜਾਰੀ ਰੱਖੋ। ਅਸੀਂ ਕਿਸਾਨਾਂ ਦੇ ਨਾਲ ਹਾਂ, ਚਾਹੇ ਅਸੀਂ ਖਾਲਿਸਤਾਨੀ ਹੋਈਏ, ਚਾਹੇ ਅਸੀਂ ਖਾਲਸੇ ਹੋਈਏ, ਚਾਹੇ ਅਸੀਂ ਗੁਰੂ ਦੇ ਸਿੱਖ ਹੁੰਦੇ ਹੋਏ ਅਸੀਂ ਪਾਈਆਂ ਹੋਈਆਂ ਗੁਰੂ ਸਾਹਿਬ ਪਰੰਪਰਾਵਾਂ ਤੇ ਪਹਿਰਾ ਦਿੰਦੇ ਹੋਏ, ਜੇ ਕਸ਼ਮੀਰ ਤੇ ਤਸ਼ੱਦਦ ਕਰਦਾ ਹੈ ਮੋਦੀ ਸਰਕਾਰ ਨੇ ਕੀਤਾ, 370 ਧਾਰਾ ਖਤਮ ਕਰਤੀ, ਜਿਹੜੇ ਉਹਨਾਂ ਦੇ ਹੱਕ ਸੀ ਉਹਨਾਂ ਨੂੰ ਅੰਦਰ ਬਿਠਾ ਕੇ ਤੰਗ ਕੀਤਾ ਜਾ ਰਿਹਾ ਹੈ, ਪਰੇਸ਼ਾਨ ਕੀਤਾ ਜਾ ਰਿਹਾ ਹੈ। ਮੋਦੀ ਦਾ ਮੂੰਹ ਪੈ ਗਿਆ। ਮੋਦੀ ਨੇ ਕਦੇ GST ਲਾਤੀ ਗੁਰਦੁਆਰਿਆਂ ਤੇ, ਕਦੇ ਕੁਛ ਕਰ ਦਿੱਤਾ, ਕਦੇ ਕੁਛ ਕਰ ਦਿੱਤਾ, ਤੇ ਹੁਣ ਪੰਜਾਬ ਦੇ ਖੂਨ ਨਾਲ ਬਾਹ ਪੈ ਗਿਆ। ਇਨੀ ਪੰਜਾਬ ਦੀ ਕਿਸਾਨੀ ਨੂੰ ਹੱਥ ਪਾ ਲਿਆ, ਕਿਉਂਕਿ ਪੰਜਾਬ ਜਿਹੜਾ ਆ, ਹਰਿਆਣਾ ਆ, ਯੂਪੀ ਆ, ਉਹ ਖੇਤੀ ਪ੍ਰਧਾਨ ਸੂਬਾ ਹੈ ਤੇ ਉੱਥੇ ਸਿੱਖਾਂ ਦੀ ਵੀ ਤਾਦਾਦ ਜ਼ਿਆਦਾ ਹੈ। ਇਹਦੇ ਜਿਹੜੇ ਮਨਸੂਬੇ ਆ ਉਹ ਮਾੜੇ ਆ। ਸਿਰਫ ਅਮੀਰ ਘਰਾਣਿਆਂ ਦੇ ਅੱਗੇ ਵਿਕਿਆ ਹੋਇਆ, ਉਹਨਾਂ ਨੂੰ ਲਾਭ ਪਹੁੰਚਾਉਣ ਲਈ ਇਹ ਕਿਸਾਨੀ ਨੂੰ ਮਾਰ ਰਿਹਾ ਹੈ। ਤੇ ਕਿਸਾਨੀ ਦਾ ਅੱਛਾ ਜੋਗਾ ਸਿੰਘ ਜੀ, ਮੈਂ ਤੁਹਾਨੂੰ ਰੋਕਣਾ ਚਾਹਾਂਗਾ। ਮੈਂ ਤੁਹਾਡੇ ਨਾਲ ਇੱਕ ਗੱਲ ਜਿਹੜੀ ਉਹ ਸਾਂਝੀ ਕਰਨਾ ਚਾਹੁੰਦਾ ਕਿ ਗੁਰਚਰਨ ਸਿੰਘ ਬੱਬਰ ਇੱਕ ਬਹੁਤ ਵੱਡੇ ਸਹਾਫੀ ਨੇ और 3 अखबार ने, कौमी पत्रिका हिंदी, द सिख टाइम और कौमी पत्रिका पंजाबी, इसके एडिटर इन चीफ भी ने। और उन्होंने ये दावा किया है कि मोदी हुकूमत जिहड़ी है वो ਸਿੰਘੂ बार्डर के उत्ते जिहड़ा सब तो वड्डा मोर्चा है, जिहड़ा सब तो वड्डा धरना है, उस दे उत्ते वो कार्रवाई करन जा रही है, एक्शन लै रही है और उसने पूरा मनसूबा तैयार कर लिया है। वो बहुत सारे लोगों को उत्थों गिरफ्तार कर लवेगी और बहुत सारे लोगों को जिहड़ा वो उन्होंने अगर मुजामत की गई तो उन्होंने शहीद करने तक तो भी ये बाज नहीं आएंगे। जिस टाइम ये चीज़ां सामने आ रही ने और इस किस्म की रिपोर्टिंग जी आलमी मीडिया कर रहा है कि मोदी जड़ा एक फाशिस्ट है, मोदी की हुकूमत जी एक फाशिज्म जो प्रमोट कर रही है, इन्होंने अगर सिख भाइयों के उत्ते जुल्म करना शुरू कर दिता तो फिर तुहाडी की पॉलिसी होएगी और तुसी के पैगाम देना चाहते हो बीजेपी की हुकूमत को और अपने किसान भाइयों को जिहड़े इस वक्त ਸਿੰਘੂ बार्डर से बैठे ने? देखो जी, गुरचरण सिंह ਬੱਬਰ साहब ने की किया की नहीं किया ਉਹਦਾ मैटर नहीं करता। ਉਹਨੇ बहुत ही ज़्यादा ਵਧਾ चढ़ा के गल्लां कीतियां आ। हो सकता ਉਹਦੀ ਮਨਸ਼ਾ किस तरह की होवे, ਇਹ भी हो सकती है ਉਹ पता नहीं क्यों डरा रहा है ਜਾਂ ਉਹਦੀਆਂ ਜਿਹੜਾ ਗੱਲ ਕਰਨ ਦਾ ਤਰੀਕਾ ਸੀ ਉਹ ਬੜਾ ਇਸ ਤਰ੍ਹਾਂ ਹੀ ਭੈਪੀਸ ਕਰਨ ਵਾਲਾ। देखो मैं एक गल कहना, ਇਹ ਪੁਰਾਣਾ ਇਤਿਹਾਸ ਵੱਲ ਜਾਓ, ਗੁਰੂ ਕੇ ਬਾਗ ਦਾ ਮੋਰਚਾ ਲੱਗਾ ਸੀ ਤੇ ਸਿੱਖਾਂ ਨੇ ਅਰਦਾਸ ਕੀਤੀ ਸੀਗੀ ਵੀ ਅਸੀਂ ਸ਼ਾਂਤਮਈ ਸੰਘਰਸ਼ ਰੱਖਣਾ, ਚਾਹੇ ਜਿੰਨਾ ਮਰਜ਼ੀ ਤਸ਼ੱਦਦ ਹੋਵੇ। ਤੇ ਅੰਗਰੇਜ਼ ਗਵਰਨਮੈਂਟ ਉੱਤੇ ਰੱਜ ਕੇ ਤਸ਼ੱਦਦ ਕੀਤਾ ਸੀ, ਡਾਂਗਾ ਬਣਾਈਆਂ ਸੀ, ਗੋਲੀਆਂ ਮਾਰੀਆਂ ਸੀ, ਘੋੜਿਆਂ ਦੇ ਪੌੜਾਂ ਥੱਲੇ ਲਤਾੜਿਆ ਗਿਆ ਸੀਗਾ ਸਿੱਖਾਂ ਨੂੰ। ਲੇਕਿਨ ਸਿੱਖਾਂ ਨੇ ਸ਼ਾਂਤਮਈ ਨਹੀਂ ਛੱਡੀ ਸੀਗੀ। ਸਿੱਖ ਕੀ ਕਰਦੇ ਸੀ, ਜਿਹੜੇ ਜ਼ਿਆਦਾ ਫੱਟੜ ਹੋ ਜਾਂਦੇ ਸੀ ਇਲਾਜ ਕਰਾ ਕੇ ਦੁਬਾਰਾ ਫੇਰ ਤੁਰ ਪੈਂਦੇ ਸੀ, ਪਰ ਉਹਨਾਂ ਨੇ ਪੁਲਿਸ ਦੇ ਹੱਥ ਨਹੀਂ ਸੀ ਚੱਕਿਆ। ਤੇ ਸਾਰੀ ਪ੍ਰੈਸ ਤੇ ਗਾਂਧੀ ਵਰਗੇ ਵੀ ਕਰਲਾ ਉੱਠੇ ਸੀ ਸਿੱਖਾਂ ਦੇ ਜ਼ੁਲਮ ਹੁੰਦੇ ਸੀ ਤਾਂ ਅਖੀਰ ਗੋਡੇ ਟੇਕਣੇ ਪਏ ਸੀ। ਤੇ ਗਾਂਧੀ ਨੇ ਵੀ ਇਹ ਗੱਲ ਕਹਿ ਦਿੱਤੀ ਸੀ ਵੀ ਸਮਝ ਲਓ ਆਜ਼ਾਦੀ ਦੀ ਪਹਿਲੀ ਲੜਾਈ ਜਿੱਤ ਲਈ। ਸੋ ਮੈਂ ਹੁਣ ਵੀ ਇਹ ਗੱਲ ਕਹਿਣਾ, ਕਿਸਾਨਾਂ ਦਾ ਸਬਰ ਹੈ ਹਾਲੇ ਤੱਕ। ਕਿਸਾਨ ਸ਼ਾਂਤਮਈ ਨਾਲ ਉੱਥੇ ਧਰਨੇ ਦੇ ਰਹੇ ਆ। ਨੌਜਵਾਨ ਅੰਡਰ ਕੰਟਰੋਲ ਨੇ। ਬੇਸ਼ੱਕ ਨੌਜਵਾਨਾਂ ਨੇ ਸ਼ਾਂਤੀ ਨਾਲ ਹੀ ਉੱਥੇ ਜਕਾਰੇ ਲਾ ਕੇ ਪੱਥਰ ਵੀ ਰੋੜੇ, ਟੋਏ ਵੀ ਪੂਰ ਦਿੱਤੇ ਤੇ ਇਹਨਾਂ ਦੀਆਂ ਜਿਹੜੀਆਂ ਟਰੱਕ ਖੜੇ ਕੀਤੇ ਉਹ ਵੀ ਪਤਾ ਨਹੀਂ ਕਿੱਧਰ ਹੋ ਗਏ ਜਦੋਂ ਇੱਕ ਜਕਾਰਾ ਲੱਗਿਆ। ਸੋ ਇਹ ਪੰਜਾਬ ਦਾ, ਹਰਿਆਣੇ ਦਾ ਅਤੇ ਸਿੱਖਾਂ ਦਾ ਰਲ ਮਿਲ ਕੇ ਜਿਹੜਾ ਚੱਲ ਰਿਹਾ ਆ ਇਹ ਸੰਘਰਸ਼ ਕਿਸਾਨਾਂ ਦੇ ਨਾਲ, ਇਹਨੂੰ ਅਲੱਗ ਨਹੀਂ ਕੀਤਾ ਜਾ ਸਕਦਾ। ਇਸ ਕਰਕੇ ਮੋਦੀ ਸਰਕਾਰ ਨੂੰ ਇਹ ਸਮਝ ਲੈਣਾ ਚਾਹੀਦਾ, ਜੇ ਸ਼ਾਂਤਮਈ ਤੇ ਤਸ਼ੱਦਦ ਕਰੇਗਾ ਵੀ ਤੇ ਸਾਰੇ ਸੰਸਾਰ ਦਾ ਇਨਸਾਨ ਉੱਠ ਖੜੋਵੇਗਾ ਇਹਦੇ ਤੇ ਇਹਦੀਆਂ ਜੜ੍ਹਾਂ ਹਿਲਾ ਕੇ ਰੱਖ ਦੇਵੇਗਾ। ਸੋ ਇਸ ਨੂੰ ਇੰਨਾ ਜ਼ਰੂਰ ਸੋਚ ਲੈਣਾ ਚਾਹੀਦਾ ਹੈ ਕਿ ਸ਼ਾਂਤਮਈ ਤੇ ਤਸ਼ੱਦਦ ਕਰੇਗਾ ਤੇ ਤੈਨੂੰ ਉਸ ਦੇ ਨਤੀਜੇ ਭੁਗਤਣੇ ਪੈਣੇ। अच्छा जोगा सिंह जी, ਜਿਹੜਾ धरना हो रहा है
इस वक्त एक जगह तो नहीं बल्कि हज़ारां जगह ते धरने हो रहे ने, पंजाब के अंदर भी हो रहे ने, हरियाणा भी हो रहे ने, ਸਿੰਘੂ ਬਾਰਡਰ ਤੇ ਵੀ ਹੋ ਰਿਹਾ ਹੈ, ਦਿੱਲੀ ਦੇ ਵੀ ਸਾਰੇ ਰਸਤੇ ਬੰਦ ਹੋ ਚੁੱਕੇ ਨੇ। ਅਗਰ ਮੋਦੀ ਹਕੂਮਤ ਤੁਹਾਡੀ ਜਿਹੜੀ ਜਾਇਜ਼ ਮੰਗੇ ਕਿ ਉਹ ਬਿੱਲ ਜਿਹੜੇ ਕਿਸਾਨਾਂ ਦਾ ਦੇ ਉੱਤੇ ਜ਼ੁਲਮ ਨੇ ਉਹਨਾਂ ਬਿੱਲਾਂ ਨੂੰ ਵਾਪਸ ਲੈ ਲਿਆ ਜਾਏ, ਅਗਰ ਮੋਦੀ ਹਕੂਮਤ ਉਹਨਾਂ ਬਿੱਲਾਂ ਨੂੰ ਵਾਪਸ ਨਹੀਂ ਲੈਂਦੀ ਤੇ ਫਿਰ ਸਿੱਖ ਭਾਈ ਜਿਹੜੇ ਨੇ ਉਹ ਕੀ ਤਰੀਕਾ ਅਪਣਾਣਗੇ ਔਰ ਕਿਸ ਤਰ੍ਹਾਂ ਜਿਹੜਾ ਉਹ ਇਸ ਨੂੰ ਵਾਪਸ ਕਰਵਾਉਣਗੇ ਕਿ ਜਿਸ ਟਾਈਮ ਮੋਦੀ ਹਕੂਮਤ ਨੇ ਜਿਤਨੇ ਵੀ ਬਿੱਲ ਪਾਸ ਕੀਤੇ ਨੇ, ਉਹ ਕਸ਼ਮੀਰ ਦਾ ਬਿੱਲ ਹੋਵੇ, ਉਹ ਦੀਗਰ ਬਿੱਲ ਹੋਣ, ਉਹ ਉਸਨੇ ਵਾਪਸ ਨਹੀਂ ਲਏ। ਔਰ ਇਸ ਟਾਈਮ ਮੋਦੀ ਹਕੂਮਤ ਇਹੀ ਸੋਚ ਰਹੀ ਹੈ ਕਿ ਅਗਰ ਅੱਜ ਅਸੀਂ ਇਹ ਕਿਸਾਨਾਂ ਵਾਲਾ ਬਿੱਲ ਵਾਪਸ ਲੈ ਲਿਆ ਤੇ ਫਿਰ ਬਾਕੀ ਜਿਹੜੀਆਂ ਕੌਮਾਂ ਨੇ ਉਹ ਵੀ ਉੱਠ ਖੜੀਆਂ ਹੋਣਗੀਆਂ ਔਰ ਉਹ ਕਹਿਣਗੀਆਂ ਕਿ ਬਾਕੀ ਬਿੱਲ ਵੀ ਵਾਪਸ ਲਏ ਜਾਣ। ਤੇ ਇਸ ਤੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਫਿਰ ਤੁਹਾਡੀ ਕੀ ਪਾਲਿਸੀ ਹੋਏਗੀ? ਫਿਰ ਕਿਸ ਤਰ੍ਹਾਂ ਤੁਸੀਂ ਮੋਦੀ ਹਕੂਮਤ ਦੇ ਘੁਟਨੇ ਜਿਹੜੇ ਨੇ ਉਹ ਟਿਕੋਗੇ ਔਰ ਕਿਸ ਤਰ੍ਹਾਂ ਬਿੱਲ ਵਾਪਸ ਕਰਵਾਓਗੇ? ਦੇਖੋ ਜੀ, ਇਹ ਹੁਣ ਮੋਦੀ ਸਰਕਾਰ ਤੇ ਡਿਪੈਂਡ ਕਰਦਾ ਕਿ ਇਨਸਾਨਾਂ ਦੇ ਹੱਕ ਕੁਚਲ ਕੇ ਉਸਨੇ ਰਾਜ ਭਾਗ ਕਰਨਾ ਜਾਂ ਆਵਾਮ ਨੂੰ ਖੁਸ਼ ਕਰਕੇ ਰਾਜ ਭਾਗ ਕਰਨਾ। ਇਹ ਇਸਨੇ ਸੋਚਣਾ ਕਿ ਰਾਜ ਤੋਂ ਇਹਨੇ ਨਰਕ ਵੱਲ ਜਾਣਾ ਹੈ ਜਾਂ ਇਹਨੇ ਆਪਣਾ ਜੀਵਨ ਸੁਧਾਰਨਾ ਹੈ। ਜੇ ਤੇ ਕਿਸਾਨਾਂ ਦੇ ਹੱਕ ਨਾ ਮਾਰ ਕੇ, ਕਿਸਾਨਾਂ ਨੂੰ ਖੁਸ਼ ਰੱਖ ਕੇ, ਆਵਾਮ ਨੂੰ ਖੁਸ਼ ਰੱਖ ਕੇ ਰਾਜ ਕਰੇਗਾ ਤੇ ਇਹਦਾ ਰਾਜ ਚੱਲਦਾ ਰਹੇਗਾ। ਨਹੀਂ ਤਾਂ ਦੇਖੋ, ਜਿਹੜਾ ਬਗਾਵਤ ਤਾਂ ਹੁੰਦੀ ਆ ਜਦੋਂ ਹੱਕ ਕੁਚਲੇ ਜਾਂਦੇ ਆ। ਹੁਣ ਸ਼ਾਂਤਮਈ ਸੰਘਰਸ਼ ਚੱਲ ਰਿਹਾ, ਜੇ ਇਹ ਉਹ ਸੰਘਰਸ਼ ਨੂੰ ਕੁਚਲਣ ਲਈ ਜ਼ੁਲਮ ਦੇ ਤਰੀਕੇ ਅਪਣਾਵੇਗਾ ਤਾਂ ਫਿਰ ਤਾਂ ਇਹ ਹੀ ਆ, ਜੇ ਜ਼ੁਲਮ ਦੇ ਸੰਘਰਸ਼ ਜ਼ੁਲਮ ਦੇ ਕੁੱਖ ਚੋਂ ਨਿਕਲਦਾ ਤੇ ਜੇ ਜ਼ੁਲਮ ਕਰੇਗਾ ਤੇ ਇਹ ਪਤਾ ਨਹੀਂ ਕਿੱਧਰ ਨੂੰ ਚੱਲ ਜਾਵੇਗਾ। ਇਹ ਅਸੀਂ ਨਹੀਂ ਕਹਿੰਦੇ, ਇਹ ਹੁਣ ਸਰਕਾਰ ਦੀ ਮਰਜ਼ੀ ਆ। ਅਸੀਂ ਆਪਣੇ ਅਕੀਦੇ ਤੇ ਉਦਾਂ ਹੀ ਡਟੇ ਆ। ਰਾਜ ਕਰੇਗਾ ਖਾਲਸਾ ਦਾ ਜਿਹੜਾ ਨਾਰਾ ਜਿੰਨਾ ਚਿਰ ਪੂਰਾ ਨਹੀਂ ਹੁੰਦਾ ਉਨਾ ਚਿਰ ਆਵਾਮ ਸੁੱਖ ਨਹੀਂ ਹੋਣਾ, ਸੁਖੀ ਨਹੀਂ ਹੋਣਾ। ਇਸੇ ਕਰਕੇ ਮੈਂ ਨਿਊਯਾਰਕ ਵਿੱਚ ਵੀ ਗਲ ਚ ਪਾ ਕੇ ਖਾਲਸਾ ਰਾਜ ਦੀਆਂ ਨਿਸ਼ਾਨੀਆਂ ਲਈ ਫਿਰਦਾ ਕਿ ਖਾਲਸਾ ਰਾਜ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ, ਜਿਹੜਾ ਕਿ 49 ਸਾਲ ਰਿਹਾ ਆ, ਉਹਦੇ ਰਾਜ ਵਿੱਚ ਕੋਈ ਭੁੱਖਾ ਨਹੀਂ ਸੀ ਸੌਂਦਾ। ਤੇ ਜੇ ਕਾਲ ਪੈ ਗਿਆ ਸੀ ਤੇ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਸਿਰ ਤੇ ਪੰਡਾਂ ਢੋ ਕੇ ਲੋਕਾਂ ਦੇ ਘਰੀ ਅਨਾਜ ਪਹੁੰਚਾਇਆ। ਤੇ ਇਹ ਅੱਜ ਲੋਕਾਂ ਨੂੰ ਜਿਹੜਾ ਸਸਤਾ ਅਨਾਜ ਮਿਲਦਾ ਉਹ ਕੋਆਪਰੇਟ ਘਰਾਣਿਆਂ ਨੂੰ ਦੇ ਕੇ ਲੋਕਾਂ ਨੂੰ ਮਹਿੰਗਾ ਅਨਾਜ ਵੇਚੇਗਾ ਸਟੋਰ ਕਰਕੇ, ਤੇ ਉਹ ਪੈਸਾ ਸਿੱਧਾ ਸਿੱਧਾ ਕੁਝ ਘਰਾਣਿਆਂ ਦੇ ਜੇਬਾਂ ਵਿੱਚ ਜਾਵੇਗਾ ਤੇ ਆਮ ਗਰੀਬ ਆਵਾਮ ਦੇ ਢਿੱਡ ਤੇ ਲੱਤ ਵੱਜੇਗੀ। ਇਹ ਹੁਣ ਮੋਦੀ ਤੇ ਡਿਪੈਂਡ ਕਰਦਾ ਕਿ ਇਹਨੇ ਭਾਰਤ ਦੇ ਟੁਕੜੇ ਟੁਕੜੇ ਕਰਵਾਉਣੇ ਆ ਜਾਂ ਇਹਨੇ ਇੱਕ ਰੱਖਣਾ। ਪਰ ਅਸੀਂ ਤਾਂ ਜੋ ਸਾਡੇ ਪੁਰਖਿਆਂ ਨੇ, ਸ਼ਹੀਦਾਂ ਨੇ ਨੀਂਹ ਰੱਖ ਦਿੱਤੀ ਸੀ, ਉਸ ਤੇ ਮਹਿਲ ਉਸਾਰਨਾ ਹੀ ਉਸਾਰਨਾ ਹੈ। ਇਹ ਮੋਦੀ ਤੇ ਡਿਪੈਂਡ ਕਰਦਾ। ਜੇ ਮੋਦੀ ਕਿਸਾਨਾਂ ਦੀਆਂ ਨਹੀਂ ਮੰਗਾਂ ਮੰਨੇਗਾ ਤੇ ਕਿਸਾਨ ਆਪਣੇ ਆਪ ਉਧਰ ਨੂੰ ਤੁਰਨਗੇ। ਪਰ ਅਸੀਂ ਹੁਣ ਜਿਹੜਾ ਇਸ ਟਾਈਮ ਆ ਕਿਸਾਨਾਂ ਦੇ ਨਾਲ ਚਟਾਨ ਵਾਂਗ ਖੜੇ ਆ। ਜਿੱਥੇ ਜ਼ੁਲਮ ਹੋਊ ਖਾਲਸਾ ਉੱਥੇ ਖੜਾ ਹੋਵੇਗਾ, ਚਾਹੇ ਉਹ ਜੰਮੂ ਕਸ਼ਮੀਰ 'ਚ ਜ਼ੁਲਮ ਹੋਵੇ, ਮੁਸਲਮਾਨ ਭਾਈਚਾਰੇ ਤੇ ਹੋਵੇ, ਕ੍ਰਿਸਚਨ ਭਾਈਚਾਰੇ ਤੇ ਹੋਵੇ ਜਾਂ ਈਵਨ ਹਿੰਦੂ ਤੇ ਵੀ ਹੋਵੇ, ਅਸੀਂ ਉੱਥੇ ਖੜੇ ਆ। ਸਾਡਾ ਇਤਿਹਾਸ ਦੱਸਦਾ ਗੁਰੂ ਤੇਗ ਬਹਾਦਰ ਜੀ ਨੇ ਹਿੰਦੂ ਧਰਮ ਦਾ ਜਨੇਊ ਲਾਉਣ ਖਾਤਰ ਸ਼ਹੀਦੀ ਦੇ ਦਿੱਤੀ। ਇਸ ਤੋਂ ਵੱਧ ਅਸੀਂ ਸ਼ਾਂਤੀ ਦੇ ਪੁਜਾਰੀ ਕੀ ਹੋ सकते हैं? इस तो बड़ा की प्रूफ हो सकता? जी नाजरीन, मैं आपको ये बताता चलूं कि 1 मई को ये जो बिल इस वक्त पंजाब और हरियाणा में लाने की कोशिश की जा रही है, इस बिल को मध्य प्रदेश, एमपी भी जिसको कहते हैं, वहां पे इसको लागू किया गया 1 मई को। और आज अक्टूबर की रिपोर्ट मेरे पास आई है, उस रिपोर्ट में ये बताया गया है कि 47% जो वहां पे मंडियां थी जहां पे किसान जाके अपना अनाज सेल करते थे वो मुकम्मल तौर पे खत्म हो चुकी हैं और इस वक्त उनका जो बिजनेस है वो जीरो हो चुका है। और यही वो एहतजाज की वजह है कि पंजाब के और हरियाणा के और दीगर जो प्रोविंस हैं और स्टेट्स हैं उनके लोग यही मुतालबा कर रहे हैं कि इस बिल को वापस लिया जाए, क्योंकि इससे जो किसान इस वक्त कम अज कम अपना खाने पीने का अनाज उगा रहे हैं और जिससे वो अपना घर के अखराजात निकल रहे हैं, आप उसको कुचलना चाहते हैं, मजीद कमजोर करना चाहते हैं और आप कारपोरेट घरानों को फायदा पहुंचाना चाहते हैं। ये मुतालबात हैं जिसके लिए पूरी पूरी किसान कम्युनिटी जो है वो डट के धरनों पे बैठ गई है और उनका एक ही मुतालबा है कि ये जो बिल पास किए गए हैं
तीन बिल जो मोदी हुकूमत ने पास किए हैं और इनको पास करने की कोशिश की जा रही है और इनको आइन का हिस्सा बनाने की कोशिश की जा रही है, इससे टेक्नोक्रेट्स को फायदा होगा, किसान मजीद से मजीद बुरी हालत में चला जाएगा। और इस वक्त की रिपोर्ट ये है कि कम अज कम 1 लाख किसान है जो बाकी प्रोविंस में सुसाइड करने पे मजबूर है, जो खुदकशियां कर लेता है। इस कदर किसानों की बुरी हालत है इंडिया में, और उसको मजीद बेहतर करने के बजाय मोदी हुकूमत ने ऐसे बिल लाने की कोशिश की है कि जिसके जरिए जो हमारे पंजाब के भाई, जो सिख भाई फार्मर थे, जो कुछ बेहतर हैं बाकी प्रोविंस की निस्बत, उनको भी कुचलने की कोशिश की गई है। इसीलिए पूरी दुनिया में इस वक्त इसके ऊपर एहतजाज हो रहा है। सिख कम्युनिटी, हमारे भाई जो है वो यूके में, यूएसए में, ऑस्ट्रेलिया में यूएन के सेक्रेटरी इस पे एहतजाज कर चुके हैं। इसके अलावा कनाडा के जो प्राइम मिनिस्टर है वो इसके ऊपर एहतजाज कर चुके हैं। इसके अलावा डॉक्टर अमरजीत सिंह साहब जो हैं उन्होंने एक सदा बुलंद की है, और उनका ये कहना है कि जब पूरी दुनिया इसके ऊपर आवाज बुलंद कर रही है तो पाकिस्तान की हुकूमत और पाकिस्तान की मीडिया को भी इसके ऊपर आवाज बुलंद करनी चाहिए। और उनकी आवाज को सुना गया, और इस वक्त तमाम नेशनल चैनल जो है पाकिस्तान के, उन्होंने डॉक्टर अमरजीत सिंह जो है उनकी आवाज को भी सुना है और उसको रिपोर्ट भी किया है, और उसके ऊपर वो जो मोदी हुकूमत का ये जो बिल है उनको कंडेम्ड भी कर रहा है। लेकिन इस वक्त तक मोदी हुकूमत अपने बिल वापस लेने के लिए बिल्कुल तैयार नहीं है। अभी आगे जाके हम देखेंगे और इसके ऊपर मजीद भी बात करते रहेंगे और आप तक मालूमात पहुंचाते रहेंगे। और बहुत शुक्रगुजार हूँ जोगा सिंह जी, आप क्या पैगाम देना चाहेंगे अपने पाकिस्तानी भाइयों के लिए और दीगर पूरी दुनिया के जो किसान भाई हैं उनके लिए? देखो जी, मैं हर इंसान नूं ते हर देश नूं ते हर जथेबंदी नूं अपील करदा हां, इस टाइम किसानी नूं मारिया जा रहा है ये बिल्लां दे जरिए, ते हर इंसाफ पसंद किसानां दे नाल खड़े, ते किसान जे मरदा है वो हर इंसान ते भी फर्क पवेगा, चाहे वो फौज विच होवे, चाहे वो वकील होवे, चाहे वो डॉक्टर होवे, हर एक दे पेट विच तां अन्न ही जाना, तां ही खून बनना। ते सो जे अन्न नूं उगाउण वाले नूं मारदे हां ते हर इंसान कमजोर होवेगा। सो एग्जाम्पल के तौर पर किसानों को पहला भी की हक सी? कोई हक नहीं। किसान किसी फसल नूं 3 महीने लगते आ, किसी नूं 6 महीने लगते, किसी नूं 4 महीने लगते आ, वो सप्पां दीयां सिरियां मिध के अपने आप नूं जोखम विच पा के गरीबी की हालत विच भी नंगे पैरी वो रातां नूं फसलां नूं पानी लाउंदा है, ते उहदा मुੱਲ कौन तय करदा है? मंडियां च जाके वो सिੱਟ दिंदा है फसल, ते उहदा मुੱਲ तय करदे आ मंडी वाले, राइट, मंडीकरण बोर्ड। अच्छा, वो हुण मंडीकरण बोर्ड भी इतों खोलिया गया आ, हुण ये कित्थे जाऊगा? वो कोऑपरेट घराणिਆਂ ਨੂੰ दे दिता, ਵੱਡੀਆਂ ਵੱਡੀਆਂ ਫਾਰਮਾਂ ਨੂੰ। अच्छा, वो किसान जिहड़ा 2 किੱਲਿਆਂ वाला वो कित्थों लड़ लूगा? फिर ਉਹਦਾ केस भी किते कोर्ट च नहीं जाऊगा, SDM जाऊगा, SDP है, तो इन्हां दे या सरकार दे होने आ। इस करके मैं एग्जाम्पल दिना, एक कुल्फी बेचण वाला भी जबकि उन्हें कुल्फी उतों चक के आदे वो डब्बे च पा लेनी है, साइकिल ते रख के जां हुण स्कूटर आ गए उत्ते रख के उन्हें बाजार च लै जाना, ਉਹਦਾ भी मुੱਲ वो कुल्फी बेचण वाला तय करदा। ते किसान इन्नी फसल पाल के ते किसान दे हत्थ च कुछ भी नहीं गा, ਉਹਦਾ ਮੁੱਲ तय करना है व्यापारियां ने जां मंडीकार ने। हुण तो सारा कुछ बंद करके इन्हां नूं देता। इस करके किसान नूं मारिया जा रहा है। किसान दी फसल दा मुੱਲ किसान ही मिथे, फिर सही हक मिलने आ। लेकिन जो मेरी सोच है, जो खालसा परंपरावां दी सोच है, जो हर एक खालसे दी सोच है, एक खालसा राज बिना किसी नूं हक नहीं मिलने, जिसकी एग्जाम्पल लोग देख चुके आ। इस करके सारियां मसलियां दा हल खालसा राज है। वो चाहे अज कर लो चाहे कल कर लो, जिन्ना मोदी तशद्दद करेगा उन्ना वो जल्दी पेड़ा तय हो जाएगा खालिस्तान का। बहुत मेहरबानी। जोगा सिंह जी कह रहे हैं कि अगर मोदी हुकूमत जुल्म करेगी तो फिर वो तहरीक जी 1920 के अंदर शुरू हुई सी और खालसा तहरीक जी वो दोबारा ज्यादा मजबूत हो जाएगी, जिंदा हो जाएगी, और सारे सिख भाई जड़े ने वो आज़ादी ਲਈ सोचण लग पैणगे कि खालिस्तान जड़ा है उसनूं जल्दी कायम करना पवेगा, वरना किसानां दीयां मंगां जड़ियां ने वो पूरीਆਂ नहीं होणगीਆਂ। मैं इस उम्मीद दे नाल
इस प्रोग्राम ਨੂੰ ਇੱਥੇ ਇਖਤਤਾਮ ਦੀ ਤਰਫ ਲੈ ਕੇ ਜਾਣਾ ਕਿ ਜਲਦੀ ਤੋਂ ਜਲਦੀ ਮੋਦੀ ਹਕੂਮਤ ਜਿਹੜੀ ਉਹ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਨੇ ਉਹਨਾਂ ਨੂੰ ਪੂਰਾ ਕਰੇਗੀ ਔਰ ਕਿਸਾਨਾਂ ਨੂੰ ਉਹਨਾਂ ਦੀ ਕਿਸਾਨੀ ਦਾ ਫਾਇਦਾ ਪਹੁੰਚਾਏਗੀ, ਨਾ ਕਿ ਨੁਕਸਾਨ ਪਹੁੰਚਾਏਗੀ। ਔਰ ਦੁਆ ਗੋ ਹਾਂ ਕਿ ਅੱਲਾਹ ਤਾਲਾ ਪੂਰੀ ਦੁਨੀਆ ਦੇ ਉੱਤੇ ਜਿੱਥੇ ਜਿੱਥੇ ਵੀ ਜ਼ੁਲਮ ਹੋ ਰਿਹਾ ਹੈ ਉਸ ਜ਼ੁਲਮ ਦਾ ਖਾਤਮਾ ਫਰਮਾਏ ਔਰ ਮਜ਼ਲੂਮਾਂ ਨੂੰ ਹਮੇਸ਼ਾ ਲਈ महफूज फरमाए। वस्सलामु अलैकुम वरहमतुल्लाहि वबरकातुहू। असद सैयद लाइव यूट्यूब और फेसबुक चैनल को देखना मत भूलें। यूट्यूब को सब्सक्राइब कर लें, बेल आइकन पे प्रेस कर लें ताकि हमारे आइंदा आने वाले तमाम प्रोग्राम आप तक पहुंचते रहें। जोगा सिंह जी, आपकी बहुत मेहरबानी, बहुत शुक्रिया कि आपने हमारे प्रोग्राम के लिए वक्त निकाला है। और इसी बात के साथ प्रोग्राम को इख्तिताम बहुत की बहुत तरफ ले। धन्यवाद। अस्सलाम वालेकुम जी। वाहिगुरू जी का खालसा, वाहिगुरू जी की फतेह। ते मैं ਭਾਰਤ ਦੇ ਕਿਸਾਨਾਂ ਨੂੰ ਬੇਨਤੀ ਕਰਦਾਂਗਾ ਏਕਤਾ ਦੇ ਨਾਲ ਤੇ ਆਪਣੀ ਸਿਕਿਉਰਿਟੀ ਦਾ ਪੂਰਾ ਖਿਆਲ ਰੱਖਦੇ ਹੋਏ ਸ਼ਾਂਤਮਈ ਧਰਨਾ ਜਾਰੀ ਰੱਖਿਆ ਜਾਵੇਗਾ। ਅਮਰੀਕਨ ਸਿੱਖ ਤੇ ਦਾਸ ਜੋਗਾ ਸਿੰਘ ਆਪ ਜੀ ਦਾ ਪੂਰਾ ਸਾਥ ਨਿਭਾਵੇਗਾ। ਅਮਰੀਕਾ ਦੀ ਐਮਬੈਸੀ ਵਿਖੇ ਇਸੇ ਤਰ੍ਹਾਂ ਹੀ ਝੰਡੇ ਗੱਡ ਕੇ ਰੱਖੇਗਾ। ਤੁਹਾਡੀ ਪ੍ਰਾਪਤੀ ਤੱਕ ਦਾਵਾ ਕੋਈ ਨਹੀਂ। ਗੁਰੂ ਦਾ ਓਟ ਆਸਰਾ ਲੈ ਕੇ ਖਾਲਸਾਈ ਪਰੰਪਰਾਵਾਂ ਤੇ ਪਹਿਰਾ ਦਿੰਦਾ ਹੋਇਆ ਤੁਹਾਡੇ ਨਾਲ ਡਟਿਆ ਰਹੇਗਾ। ਵਾਹਿਗੁਰੂ ਜੀ का खालसा, वाहिगुरू जी की फतेह। और मैं आखिर में ये पैगाम भी तमाम किसानों को दे दूं और तमाम अपने सिख भाइयों को भी, जिस कदर मुमकिन होगा हम भी आपके लिए आवाज़ बुलंद करते रहेंगे और हर मैदान में आपके साथ खड़े हैं और कोशिश करेंगे कि आपकी आवाज़ को पूरी दुनिया तक पहुंचाएं और जो आपके ऊपर जुल्म हो रहा है उसको लोगों तक पहुंचाएं भी और दिखाएं भी। बहुत शुक्रिया। पाकिस्तान जिंदाबाद। अल्लाह हाफिज।